ਸਤਿ ਸ੍ਰੀ ਅਕਾਲ। ਅੱਜ ਦੀ ਇਸ ਖਾਸ ਚਰਚਾ ਵਿੱਚ ਆਪਾਂ ਇਤਿਹਾਸ ਦੇ ਇੱਕ ਬਹੁਤ ਹੀ ਕਮਾਲ ਦੇ ਪੰਨੇ ਵੱਲ ਝਾਤ ਮਾਰਨ ਜਾ ਰਹੇ ਹਾਂ। ਜੇਕਰ ਆਪਾਂ ਇੱਕ ਇਤਿਹਾਸਕਾਰ ਦੇ ਨਜ਼ਰੀਏ ਤੋਂ ਪਿਛਲੇ ਸਮਿਆਂ ਨੂੰ ਵੇਖੀਏ ਤਾਂ ਇੱਕ ਗੱਲ ਬਿਲਕੁਲ ਸਾਫ਼ ਹੋ ਜਾਂਦੀ ਹੈ ਕਿ ਸਮਾਜ ਵਿੱਚ ਪਹਿਲਾਂ ਤੋਂ ਚੱਲ ਰਹੇ ਰਿਵਾਜਾਂ ਨੂੰ ਬਦਲਣਾ ਦੁਨੀਆ ਦੇ ਸਭ ਤੋਂ ਔਖੇ ਕੰਮਾਂ ਵਿੱਚੋਂ ਇੱਕ ਹੈ। ਅੱਜ ਅਸੀਂ ਹਰਿਦੁਆਰ ਵਿਖੇ ਗੁਰੂ ਨਾਨਕ ਦੇਵ ਜੀ ਦੀ ਉਸ ਮਸ਼ਹੂਰ ਇਤਿਹਾਸਿਕ ਫੇਰੀ ਬਾਰੇ ਗੱਲ ਕਰਾਂਗੇ, ਪਰ ਆਪਾਂ ਇਸ ਨੂੰ ਸਿਰਫ ਇੱਕ ਧਾਰਮਿਕ ਸਾਖੀ ਵਜੋਂ ਨਹੀਂ, ਸਗੋਂ ਇੱਕ ਬਹੁਤ ਹੀ ਡੂੰਘੇ ਅਤੇ ਮਾਸਟਰਮਾਈਂਡ ਸਮਾਜਿਕ ਦਖਲ ਵਜੋਂ ਸਮਝਾਂਗੇ। ਆਓ ਵੇਖੀਏ ਕਿ ਕਿਵੇਂ ਇੱਕ ਮਹਾਨ ਸੋਚ ਨੇ ਸਦੀਆਂ ਤੋਂ ਚੱਲੀਆਂ ਆ ਰਹੀਆਂ ਪ੍ਰਥਾਵਾਂ ਨੂੰ ਹਿਲਾ ਕੇ ਰੱਖ ਦਿੱਤਾ। ਹੁਣ ਜ਼ਰਾ ਸੋਚੋ, ਬਿਨਾਂ ਕੋਈ ਦੰਗਾ ਫਸਾਦ ਕੀਤੇ, ਬਿਨਾਂ ਕਿਸੇ ਦਾ ਗੁੱਸਾ ਭੜਕਾਏ, ਕਿਸੇ ਅੰਨ੍ਹੇਵਾਹ ਚੱਲ ਰਹੇ ਸਮਾਜਿਕ ਰਿਵਾਜ ਨੂੰ ਕਿਵੇਂ ਤੋੜਿਆ ਜਾ ਸਕਦਾ ਹੈ? ਇਤਿਹਾਸ ਗਵਾਹ ਹੈ ਕਿ ਜਦੋਂ ਵੀ ਤੁਸੀਂ ਸਮਾਜ ਦੀਆਂ ਪੱਕੀਆਂ ਹੋਈਆਂ ਆਦਤਾਂ ਜਾਂ ਰੀਤੀ ਰਿਵਾਜਾਂ ਤੇ ਸਿੱਧੀ ਉਂਗਲ ਚੁੱਕਦੇ ਹੋ ਤਾਂ ਅਕਸਰ ਹਿੰਸਾ ਜਾਂ ਵਿਦਰੋਹ ਹੋ ਜਾਂਦਾ ਹੈ। ਸ਼ਾਂਤਮਈ ਢੰਗ ਨਾਲ ਇੰਨੀ ਵੱਡੀ ਸਮਾਜਿਕ ਤਬਦੀਲੀ ਲਿਆਉਣਾ ਕੋਈ ਛੋਟਾ-ਮੋਟਾ ਕੰਮ ਨਹੀਂ ਹੈ। ਇਹ ਸੱਚਮੁੱਚ ਇੱਕ ਬਹੁਤ ਵੱਡਾ ਟਾਸਕ ਹੈ। ਬਿਲਕੁਲ ਇਹੀ ਉਹ ਵੱਡਾ ਸਵਾਲ ਹੈ ਜਿਸ ਦਾ ਜਵਾਬ ਸਾਨੂੰ ਅੱਜ ਦੀ ਇਸ ਘਟਨਾ ਵਿੱਚੋਂ ਮਿਲੇਗਾ। ਅਧਿਆਇ ਪਹਿਲਾ, ਗੰਗਾ ਵੱਲ ਯਾਤਰਾ। ਠੀਕ ਹੈ, ਆਓ ਸਿੱਧਾ ਇਸ ਕਹਾਣੀ ਦੇ ਪਿਛੋਕੜ ਵਿੱਚ ਚੱਲਦੇ ਹਾਂ। ਇਹ ਗੱਲ ਹੈ ਗੁਰੂ ਨਾਨਕ ਦੇਵ ਜੀ ਦੀ ਪਹਿਲੀ ਉਦਾਸੀ ਦੀ, ਯਾਨੀ ਕਿ ਉਹਨਾਂ ਦੀਆਂ ਪ੍ਰਮੁੱਖ ਯਾਤਰਾਵਾਂ ਵਿੱਚੋਂ ਸਭ ਤੋਂ ਪਹਿਲੀ ਵੱਡੀ ਯਾਤਰਾ, ਜਿਸ ਦਾ ਮਕਸਦ ਦੁਨੀਆ ਭਰ ਵਿੱਚ ਸੱਚ ਦਾ ਸੁਨੇਹਾ ਫੈਲਾਉਣਾ ਸੀ। ਉਹਨਾਂ ਦੇ ਨਾਲ ਸਨ ਉਹਨਾਂ ਦੇ ਬਹੁਤ ਹੀ ਕਰੀਬੀ ਸਾਥੀ ਭਾਈ ਮਰਦਾਨਾ ਜੀ, ਜੋ ਆਪਣੇ ਨਾਲ ਰਬਾਬ ਰੱਖਦੇ ਸਨ। ਇਹ ਦੋਵੇਂ ਸ਼ਖਸੀਅਤਾਂ ਸਿਰਫ ਸਫ਼ਰ ਹੀ ਨਹੀਂ ਕਰ ਰਹੀਆਂ ਸਨ, ਬਲਕਿ ਇੱਕ ਤਰ੍ਹਾਂ ਨਾਲ ਸਮਾਜ ਦਾ ਬਹੁਤ ਹੀ ਬਾਰੀਕੀ ਨਾਲ ਨਿਰੀਖਣ ਕਰ ਰਹੀਆਂ ਸਨ। ਉਹ ਲੋਕਾਂ ਦੀ ਮਾਨਸਿਕਤਾ ਨੂੰ ਸਮਝਣ ਲਈ ਨਿਕਲੇ ਹੋਏ ਸਨ। ਹੁਣ ਇਸ ਵਿਚਾਰ ਵੱਲ ਥੋੜਾ ਧਿਆਨ ਦਿਓ। ਇਹ ਬਿਆਨ ਸਾਨੂੰ ਦੱਸਦਾ ਹੈ ਕਿ ਗੁਰੂ ਜੀ ਦਾ ਹਰਿਦੁਆਰ ਜਾਣਾ ਕੋਈ ਅਚਾਨਕ ਬਣਿਆ ਪ੍ਰੋਗਰਾਮ ਨਹੀਂ ਸੀ। ਇੱਥੇ ਇੱਕ ਬਹੁਤ ਹੀ ਸਪਸ਼ਟ, ਜਾਣਬੁੱਝ ਕੇ ਕੀਤੀ ਗਈ ਪਲੈਨਿੰਗ ਨਜ਼ਰ ਆਉਂਦੀ ਹੈ। ਉਹ ਜਾਣਬੁੱਝ ਕੇ ਉਸ ਥਾਂ ਤੇ ਜਾਣਾ ਚਾਹੁੰਦੇ ਸਨ ਜਿੱਥੇ ਲੋਕ ਧਰਮ ਦੇ ਨਾਂ ਤੇ ਵੱਡੀ ਗਿਣਤੀ ਵਿੱਚ ਇਕੱਠੇ ਹੁੰਦੇ ਨੇ, ਤਾਂ ਜੋ ਭੀੜ ਦੇ ਵਿਚਕਾਰ ਖੜ ਕੇ ਸੱਚਾਈ ਦਾ ਸੰਚਾਰ ਕੀਤਾ ਜਾ ਸਕੇ। ਇਹ ਸਭ ਪੂਰੀ ਤਰ੍ਹਾਂ ਮਿਥਿਆ ਹੋਇਆ ਸੀ। ਅਧਿਆਇ ਦੂਜਾ, ਇੱਕ ਅੰਨ੍ਹੇਵਾਹ ਚੱਲ ਰਿਹਾ ਸਮਾਜਿਕ ਰਿਵਾਜ। ਆਓ ਦੇਖਦੇ ਹਾਂ ਕਿ ਉੱਥੇ ਪਹੁੰਚ ਕੇ ਉਹਨਾਂ ਨੇ ਕੀ ਦੇਖਿਆ। ਜ਼ਰਾ ਉਸ ਸਵੇਰ ਦੇ ਨਜ਼ਾਰੇ ਦੀ ਆਪਣੇ ਮਨ ਵਿੱਚ ਕਲਪਨਾ ਕਰੋ। ਹਰਿਦੁਆਰ ਵਿੱਚ ਗੰਗਾ ਨਦੀ ਦੇ ਕਿਨਾਰੇ ਇੱਕ ਵਿਸ਼ਾਲ ਧਾਰਮਿਕ ਮੇਲਾ ਲੱਗਿਆ ਹੋਇਆ ਹੈ। ਸਵੇਰ ਦੀ ਠੰਡੀ-ਠੰਡੀ ਹਵਾ, ਲਗਾਤਾਰ ਵੱਜਦੀਆਂ ਮੰਦਰਾਂ ਦੀਆਂ ਘੰਟੀਆਂ ਦਾ ਸ਼ੋਰ ਅਤੇ ਚਾਰੇ ਪਾਸਿਓਂ ਆ ਰਹੀਆਂ ਗੰਗਾ ਮਈਆ ਕੀ ਜੈ ਦੀਆਂ ਆਵਾਜ਼ਾਂ। ਇੱਕ ਇਤਿਹਾਸਕਾਰ ਦੇ ਤੌਰ ਤੇ ਜੇ ਦੇਖੀਏ ਤਾਂ ਇਹ ਇੱਕ ਅਜਿਹੇ ਸਮਾਜ ਦੀ ਤਸਵੀਰ ਹੈ ਜੋ ਪੂਰੀ ਤਰ੍ਹਾਂ ਆਪਣੀ ਰੀਤੀ ਰਿਵਾਜਾਂ ਵਿੱਚ ਰੰਗਿਆ ਹੋਇਆ ਹੈ। ਇੰਨੇ ਸ਼ੋਰ ਅਤੇ ਇੰਨੀ ਵੱਡੀ ਭੀੜ ਵਿੱਚ ਕਿਸੇ ਵੀ ਨਵੀਂ ਗੱਲ ਲਈ ਜਗ੍ਹਾ ਬਣਾਉਣਾ ਲਗਭਗ ਅਸੰਭਵ ਲੱਗਦਾ ਹੈ। ਇੱਥੇ ਆਪਾਂ ਨੂੰ ਪਿੱਤਰ ਪੂਜਾ ਦੀ ਪ੍ਰਕਿਰਿਆ ਸਮਝਣੀ ਪਵੇਗੀ, ਜੋ ਗੁਰੂ ਜੀ ਅਤੇ ਭਾਈ ਮਰਦਾਨਾ ਜੀ ਸਾਹਮਣੇ ਹੋ ਰਹੀ ਸੀ। ਉਹਨਾਂ ਨੇ ਦੇਖਿਆ ਕਿ ਲੋਕ ਨਦੀ ਵਿੱਚ ਖੜੇ ਹੋ ਕੇ ਚੜ੍ਹਦੇ ਸੂਰਜ ਵੱਲ, ਯਾਨੀ ਕਿ ਪੂਰਬ ਦਿਸ਼ਾ ਵੱਲ, ਆਪਣੇ ਹੱਥਾਂ ਨਾਲ ਪਾਣੀ ਉਛਾਲ ਰਹੇ ਸਨ। ਉਹਨਾਂ ਦਾ ਇਹ ਪੱਕਾ ਵਿਸ਼ਵਾਸ ਸੀ ਕਿ ਇਹ ਪਾਣੀ ਸਿੱਧਾ ਪਰਲੋਕ ਵਿੱਚ ਬੈਠੇ ਉਹਨਾਂ ਦੇ ਪੁਰਖਿਆਂ ਤੱਕ ਪਹੁੰਚੇਗਾ ਅਤੇ ਉਹਨਾਂ ਦੀ ਪਿਆਸ ਬੁਝਾਏਗਾ। ਅਤੇ ਕਮਾਲ ਦੀ ਗੱਲ ਇਹ ਹੈ ਕਿ ਇਹ ਕੋਈ 10 ਲੋਕ ਨਹੀਂ ਸਨ, ਇਹ ਲੱਖਾਂ ਦੀ ਗਿਣਤੀ ਸੀ। ਲੱਖਾਂ ਲੋਕ ਬਿਨਾਂ ਕਿਸੇ ਸਵਾਲ ਦੇ, ਬਿਨਾਂ ਇਹ ਸੋਚੇ ਕਿ ਇਸ ਦੇ ਪਿੱਛੇ ਕੀ ਤਰਕ ਹੈ, ਬਸ ਇੱਕ ਦੂਜੇ ਦੀ ਦੇਖਾ-ਦੇਖੀ ਇਸ ਰਿਵਾਜ ਨੂੰ ਨਿਭਾਈ ਜਾ ਰਹੇ ਸਨ। ਇੰਨੇ ਵੱਡੇ ਪੱਧਰ ਤੇ ਚੱਲ ਰਹੀ ਅੰਨੀ ਸ਼ਰਧਾ ਨੂੰ ਤੋੜਨਾ ਵਾਕਈ ਇੱਕ ਬਹੁਤ ਹੀ ਵੱਡਾ ਸਮਾਜਿਕ ਪ੍ਰੋਜੈਕਟ ਸੀ। ਚਲਦੇ ਹਾਂ ਅਧਿਆਇ ਤੀਜੇ ਵੱਲ, ਤਰਕਸ਼ੀਲ ਦਖਲ। ਆਓ ਦੇਖੀਏ ਕਿ ਇਸ ਤੋਂ ਬਾਅਦ ਕੀ ਐਕਸ਼ਨ ਹੋਇਆ। ਹੁਣ ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਗੁਰੂ ਜੀ ਨੇ ਜਾ ਕੇ ਭੀੜ ਨੂੰ ਕੋਈ ਲੰਮਾ ਚੌੜਾ ਭਾਸ਼ਣ ਨਹੀਂ ਦਿੱਤਾ। ਉਹਨਾਂ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਆਪਾਂ ਕੁਝ ਅਜਿਹਾ ਕਰਾਂਗੇ ਜੋ ਇਹਨਾਂ ਲੋਕਾਂ ਨੂੰ ਖੁਦ ਸੋਚਣ ਲਈ ਮਜਬੂਰ ਕਰ ਦੇਵੇਗਾ। ਸਮਾਜ ਸ਼ਾਸਤਰ ਦੇ ਨਜ਼ਰੀਏ ਤੋਂ ਇਹ ਸਭ ਤੋਂ ਜ਼ਬਰਦਸਤ ਤਰੀਕਾ ਹੁੰਦਾ ਹੈ। ਲੋਕਾਂ ਨੂੰ ਸਿੱਧਾ ਇਹ ਕਹਿਣ ਦੀ ਬਜਾਏ ਕਿ ਤੁਸੀਂ ਗਲਤ ਹੋ, ਇੱਕ ਅਜਿਹਾ ਮਾਹੌਲ ਸਿਰਜੋ ਕਿ ਉਹਨਾਂ ਦੇ ਆਪਣੇ ਦਿਮਾਗ ਵਿੱਚ ਹੀ ਸਵਾਲ ਪੈਦਾ ਹੋਣ ਲੱਗਣ। ਇਹ ਬਕਾਇਦਾ ਇੱਕ ਮਨੋਵਿਗਿਆਨਕ ਪ੍ਰਯੋਗ ਸੀ। ਇਹ ਨਜ਼ਾਰਾ ਆਪਣੇ ਆਪ ਵਿੱਚ ਕਿੰਨਾ ਸ਼ਾਨਦਾਰ ਹੈ। ਇੱਕ ਪਾਸੇ ਲੱਖਾਂ ਦੀ ਭੀੜ ਪੂਰਬ ਵੱਲ ਮੂੰਹ ਕਰਕੇ ਅਣਡਿੱਠੇ ਪਰਲੋਕ ਵੱਲ ਪਾਣੀ ਸੁੱਟ ਰਹੀ ਹੈ, ਤੇ ਦੂਜੇ ਪਾਸੇ ਗੁਰੂ ਨਾਨਕ ਦੇਵ ਜੀ ਉਹਨਾਂ ਦੇ ਬਿਲਕੁਲ ਉਲਟ ਪੱਛਮ ਵੱਲ ਪਿੱਠ ਘੁਮਾ ਕੇ ਪਾਣੀ ਸੁੱਟਣਾ ਸ਼ੁਰੂ ਕਰ ਦਿੰਦੇ ਨੇ। ਇਹ ਇੱਕ ਬਹੁਤ ਹੀ ਜ਼ਬਰਦਸਤ ਵਿਰੋਧ ਸੀ। ਇੱਕ ਪਾਸੇ ਭੀੜ ਦੀ ਅੰਨੀ ਨਕਲ ਅਤੇ ਦੂਜੇ ਪਾਸੇ ਗੁਰੂ ਜੀ ਦਾ ਪੂਰੀ ਤਰ੍ਹਾਂ ਤਰਕਪੂਰਨ ਇਰਾਦਾ। ਦੋਵੇਂ ਆਪਸ ਵਿੱਚ ਟਕਰਾ ਰਹੇ ਸਨ। ਜ਼ਾਹਿਰ ਹੈ ਲੋਕਾਂ ਨੇ ਦੇਖਿਆ ਤਾਂ ਪ੍ਰਤੀਕਿਰਿਆ ਤਾਂ ਆਣੀ ਹੀ ਸੀ। ਭੀੜ ਨੇ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ। ਕਈ ਲੋਕ ਗੁੱਸੇ ਵਿੱਚ ਵੀ ਆ ਗਏ ਕਿ ਇਹ ਸਾਡੇ ਪਵਿੱਤਰ ਰਿਵਾਜ ਦਾ ਅਪਮਾਨ ਹੈ। ਫਿਰ ਅਚਾਨਕ ਇੱਕ ਪੰਡਿਤ ਨੇ ਅੱਗੇ ਆ ਕੇ ਉਹੀ ਸਵਾਲ ਪੁੱਛ ਲਿਆ ਜਿਸ ਦੀ ਗੁਰੂ ਜੀ ਉਡੀਕ ਕਰ ਰਹੇ ਸਨ। ਭਾਈ ਤੂੰ ਪਾਗਲ ਹੋ ਗਿਆ ਹੈ? ਇੱਥੋਂ ਸੈਂਕੜੋਂ ਮੀਲ ਦੂਰ ਪੰਜਾਬ ਵਿੱਚ ਤੇਰੇ ਖੇਤਾਂ ਤੱਕ ਇਹ ਪਾਣੀ ਕਿਵੇਂ ਪਹੁੰਚੇਗਾ?
ਬਸ ਭੀੜ ਬਿਲਕੁਲ ਉਸੇ ਜਾਲ ਵਿੱਚ ਫਸ ਗਈ ਜੋ ਗੁਰੂ ਜੀ ਨੇ ਉਹਨਾਂ ਲਈ ਵਿਛਾਇਆ ਸੀ। ਉਹਨਾਂ ਨੇ ਆਪ ਹੀ ਤਰਕ ਦੋ ਸਵਾਲ ਚੁੱਕ ਲਿਆ ਸੀ। ਤਾਂ ਫਿਰ ਸਭ ਤੋਂ ਅਹਿਮ ਪਲ ਇੱਥੇ ਆਉਂਦਾ ਹੈ। ਇਹ ਸੱਚਮੁੱਚ ਇੱਕ ਮਾਈਕ ਡ੍ਰੌਪ ਪਲ ਸੀ। ਗੁਰੂ ਜੀ ਨੇ ਬਹੁਤ ਹੀ ਸਹਿਜਤਾ ਨਾਲ ਜਵਾਬ ਦਿੱਤਾ, ਜੇਕਰ ਮੇਰਾ ਪਾਣੀ ਇੱਥੋਂ ਕੁਝ 100 ਮੀਲ ਦੂਰ ਮੇਰੀ ਜ਼ਮੀਨ, ਮੇਰੇ ਖੇਤਾਂ ਤੱਕ ਨਹੀਂ ਪਹੁੰਚ ਸਕਦਾ, ਤਾਂ ਫਿਰ ਤੁਹਾਡਾ ਪਾਣੀ ਕਰੋੜਾਂ ਮੀਲ ਦੂਰ ਆਸਮਾਨਾਂ ਵਿੱਚ ਬੈਠੇ ਤੁਹਾਡੇ ਪਿਤਰਾਂ ਤੱਕ ਕਿਵੇਂ ਪਹੁੰਚੇਗਾ? ਸੋਚ ਕੇ ਦੇਖੋ, ਇਸ ਇੱਕ ਲਾਈਨ ਨੇ ਉੱਥੇ ਮੌਜੂਦ ਹਰ ਇਨਸਾਨ ਦੇ ਪੂਰੇ ਵਿਸ਼ਵਾਸ ਪ੍ਰਬੰਧ ਨੂੰ ਜੜੋਂ ਹਿਲਾ ਕੇ ਰੱਖ ਦਿੱਤਾ। ਤਰਕ ਨੇ ਅੰਧ ਵਿਸ਼ਵਾਸ ਤੇ ਇੰਨੀ ਸਿੱਧੀ ਅਤੇ ਤਿੱਖੀ ਸੱਟ ਮਾਰੀ ਸੀ ਕਿ ਕਿਸੇ ਕੋਲ ਇਸ ਦਾ ਕੋਈ ਜਵਾਬ ਹੀ ਨਹੀਂ ਸੀ। ਅਧਿਆਇ ਚੌਥਾ, ਸੋਚ ਵਿੱਚ ਬਦਲਾਅ। ਆਓ ਦੇਖੀਏ ਇਸ ਤੋਂ ਬਾਅਦ ਮਾਹੌਲ ਕਿਵੇਂ ਬਦਲਿਆ। ਇਸ ਦਖਲ ਦਾ ਅਸਰ ਇੰਨਾ ਡੂੰਘਾ ਸੀ ਕਿ ਹਜ਼ਾਰਾਂ ਆਵਾਜ਼ਾਂ ਵਾਲੇ ਉਸ ਮੇਲੇ ਵਿੱਚ ਅਚਾਨਕ ਪੂਰੀ ਤਰ੍ਹਾਂ ਚੁੱਪ ਛਾ ਗਈ। ਇਹ ਸੰਨਾਟਾ ਉਸ ਅਹਿਸਾਸ ਦਾ ਸੀ ਜਦੋਂ ਕਿਸੇ ਨੂੰ ਆਪਣੀ ਸਾਲਾਂ ਪੁਰਾਣੀ ਗਲਤੀ ਦਾ ਅਹਿਸਾਸ ਹੁੰਦਾ ਹੈ। ਫਿਰ ਇੱਕ ਬਜ਼ੁਰਗ ਅੱਗੇ ਆਉਂਦਾ ਹੈ ਅਤੇ ਮੰਨਦਾ ਹੈ, ਅਸੀਂ ਤਾਂ ਸਾਰੀ ਉਮਰ ਬਸ ਇਹੀ ਕਰਦੇ ਆ ਰਹੇ ਹਾਂ, ਪਰ ਕਦੇ ਸੋਚਿਆ ਹੀ ਨਹੀਂ। ਇਹ ਦਰਸਾਉਂਦਾ ਹੈ ਕਿ ਕਿਵੇਂ ਪੀੜ੍ਹੀਆਂ ਤੋਂ ਲੋਕ ਬਿਨਾਂ ਸੋਚੇ ਸਮਝੇ ਇਨ੍ਹਾਂ ਰਿਵਾਜ਼ਾਂ ਦੇ ਗੁਲਾਮ ਬਣੇ ਹੋਏ ਸਨ, ਅਤੇ ਗੁਰੂ ਜੀ ਨੇ ਇੱਕ ਝਟਕੇ ਵਿੱਚ ਉਸ ਮਾਨਸਿਕ ਗੁਲਾਮੀ ਦੀਆਂ ਜ਼ੰਜੀਰਾਂ ਤੋੜ ਦਿੱਤੀਆਂ ਸਨ। ਪਰ ਗੱਲ ਇੱਥੇ ਖਤਮ ਨਹੀਂ ਹੁੰਦੀ। ਜਦੋਂ ਕੋਈ ਪੁਰਾਣੀ ਇਮਾਰਤ ਢਹਿ ਜਾਂਦੀ ਹੈ ਤਾਂ ਉੱਥੇ ਕੁਝ ਨਵਾਂ ਉਸਾਰਨਾ ਵੀ ਜ਼ਰੂਰੀ ਹੁੰਦਾ ਹੈ। ਗੁਰੂ ਜੀ ਨੇ ਸਿਰਫ ਉਹਨਾਂ ਦਾ ਰਿਵਾਜ ਹੀ ਗਲਤ ਸਾਬਿਤ ਨਹੀਂ ਕੀਤਾ, ਸਗੋਂ ਉਹਨਾਂ ਨੂੰ ਇੱਕ ਨਵਾਂ ਅਤੇ ਸਹੀ ਰਸਤਾ ਵੀ ਦਿਖਾਇਆ। ਉਹਨਾਂ ਨੇ ਲੋਕਾਂ ਨੂੰ ਸਮਝਾਇਆ ਕਿ ਭਾਈ, ਅਸਲੀ ਧਰਮ ਪਾਣੀ ਉਛਾਲਣ ਵਿੱਚ ਨਹੀਂ ਹੈ। ਅਸਲੀ ਧਰਮ ਹੈ ਤੁਹਾਡਾ ਸੱਚਾ ਦਿਲ, ਸਾਫ਼ ਮਨ ਅਤੇ ਤੁਹਾਡੇ ਚੰਗੇ ਕਰਮ। ਲੋੜਵੰਦਾਂ ਦੀ ਮਦਦ ਕਰਨਾ, ਗਰੀਬਾਂ ਦੇ ਕੰਮ ਆਣਾ ਅਤੇ ਸੱਚ ਦੇ ਮਾਰਗ ਤੇ ਚੱਲਣਾ ਹੀ ਪਰਮਾਤਮਾ ਦੀ ਸੱਚੀ ਭਗਤੀ ਹੈ। ਇਹ ਖੋਖਲੀਆਂ ਰਸਮਾਂ ਤੋਂ ਹਟ ਕੇ ਅਸਲੀ ਇਨਸਾਨੀਅਤ ਵੱਲ ਇੱਕ ਬਹੁਤ ਵੱਡਾ ਬਦਲਾਅ ਸੀ। ਹੁਣ ਇਸ ਨਵੀਂ ਸੋਚ ਨੂੰ, ਇਸ ਨਵੇਂ ਸੁਨੇਹੇ ਨੂੰ ਲੋਕਾਂ ਦੇ ਦਿਲਾਂ ਵਿੱਚ ਵਸਾਉਣ ਲਈ ਸ਼ਬਦ ਅਤੇ ਸੰਗੀਤ ਦਾ ਸਹਾਰਾ ਲਿਆ ਗਿਆ। ਭਾਈ ਮਰਦਾਨਾ ਜੀ ਨੇ ਰਬਾਬ ਦੀਆਂ ਤਾਰਾਂ ਛੇੜੀਆਂ ਅਤੇ ਗੁਰੂ ਜੀ ਨੇ ਇਲਾਹੀ ਬਾਣੀ ਦਾ ਉਚਾਰਨ ਕੀਤਾ। ਯਾਦ ਹੈ, ਆਪਾਂ ਸ਼ੁਰੂ ਵਿੱਚ ਸ਼ਾਂਤਮਈ ਤਬਦੀਲੀ ਦੀ ਗੱਲ ਕੀਤੀ ਸੀ। ਇਹ ਬਿਲਕੁਲ ਉਹੀ ਸੀ। ਬਿਨਾਂ ਕਿਸੇ ਤਲਵਾਰ ਦੇ, ਬਿਨਾਂ ਕਿਸੇ ਹਿੰਸਾ ਦੇ, ਸਿਰਫ ਤਰਕ ਅਤੇ ਪਿਆਰ ਦੇ ਜ਼ਰੀਏ ਪੂਰਾ ਮਾਹੌਲ ਬਦਲ ਗਿਆ। ਲੋਕਾਂ ਨੇ ਸਿਰ ਝੁਕਾਏ ਅਤੇ ਮੰਨਿਆ ਕਿ ਅੱਜ ਉਨ੍ਹਾਂ ਨੂੰ ਧਰਮ ਦਾ ਅਸਲੀ ਮਕਸਦ ਸਮਝ ਆ ਗਿਆ ਹੈ। ਅਖੀਰ ਵਿੱਚ ਅਧਿਆਇ 5ਵਾਂ, ਇਤਿਹਾਸਿਕ ਵਿਰਾਸਤ। ਆਓ ਦੇਖੀਏ ਅੱਜ ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ। ਸੋ ਇਸ ਸਾਰੀ ਘਟਨਾ ਦਾ ਨਿਚੋੜ ਕੀ ਨਿਕਲਦਾ ਹੈ? ਸਭ ਤੋਂ ਪਹਿਲੀ ਗੱਲ, ਅੰਧ ਵਿਸ਼ਵਾਸ ਦੀ ਜਗ੍ਹਾ ਸਮਝ ਅਤੇ ਤਰਕ ਨੂੰ ਅਪਣਾਉਣਾ। ਦੂਜਾ, ਦਿਖਾਵੇ ਦੀਆਂ ਰਸਮਾਂ ਵਿੱਚ ਉਲਝਣ ਦੀ ਬਜਾਏ ਅਸਲੀ ਸੇਵਾ ਅਤੇ ਸੱਚਾਈ ਨੂੰ ਪਹਿਲ ਦੇਣਾ। ਅਤੇ ਤੀਜਾ, ਜੋ ਸ਼ਾਇਦ ਅੱਜ ਵੀ ਸਭ ਤੋਂ ਜ਼ਰੂਰੀ ਹੈ, ਹਮੇਸ਼ਾ ਇਹ ਸਵਾਲ ਕਰਨਾ ਕਿ ਆਪਾਂ ਜੋ ਵੀ ਸਮਾਜਿਕ ਰਿਵਾਜ ਨਿਭਾ ਰਹੇ ਹਾਂ, ਉਸ ਦਾ ਅਸਲ ਮਕਸਦ ਕੀ ਹੈ। ਇਹ ਸਿੱਖਿਆਵਾਂ ਸਿਰਫ ਉਸ ਪੁਰਾਣੇ ਸਮੇਂ ਲਈ ਨਹੀਂ ਸਨ, ਬਲਕਿ ਇਹ ਆਉਣ ਵਾਲੀਆਂ ਸਦੀਆਂ ਲਈ ਇੱਕ ਚਾਨਣ ਮੁਨਾਰਾ ਹਨ। ਜਾਂਦੇ-ਜਾਂਦੇ ਮੈਂ ਇੱਕ ਸਵਾਲ ਛੱਡ ਕੇ ਜਾਣਾ ਚਾਹੁੰਦਾ ਹਾਂ। ਹਰਿਦੁਆਰ ਦੀ ਇਹ ਘਟਨਾ ਸਿਰਫ ਇਤਿਹਾਸ ਦੀ ਕਿਤਾਬ ਦਾ ਇੱਕ ਪੰਨਾ ਨਹੀਂ ਹੈ, ਇਹ ਸਾਡੇ ਅੱਜ ਦੇ ਸਮਾਜ ਲਈ ਇੱਕ ਸ਼ੀਸ਼ਾ ਹੈ। ਕੀ ਕਦੇ ਆਪਾਂ ਸੋਚਿਆ ਹੈ ਕਿ ਅਜੋਕੇ ਆਧੁਨਿਕ ਸਮੇਂ ਵਿੱਚ ਵੀ ਅਸੀਂ ਕਿਹੜੇ ਅਜਿਹੇ ਅੰਨ੍ਹੇਵਾਹ ਰਿਵਾਜਾਂ ਦੇ ਪਿੱਛੇ ਭੱਜ ਰਹੇ ਹਾਂ, ਜਿਨ੍ਹਾਂ ਨੂੰ ਅੱਜ ਗੁਰੂ ਨਾਨਕ ਦੇਵ ਜੀ ਵਰਗੀ ਉਸੇ ਤਰਕਸ਼ੀਲ ਸੋਚ ਦੀ ਲੋੜ ਹੈ? ਇਸ ਬਾਰੇ ਜ਼ਰੂਰ ਵਿਚਾਰ ਕਰਿਓ। ਸਾਡੀ ਇਸ ਅੱਜ ਦੀ ਚਰਚਾ ਦਾ ਹਿੱਸਾ ਬਣਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।